ਸੀ। ਆਓ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਈ ਦਿਨਾਂ ਬਾਅਦ ਦਰਸ਼ਨ ਹੋਏ ਹਨ, ਕਿਉਂਕਿ ਲੋਕਡਾਊਨ ਕਰਕੇ ਇਹ ਵੀ ਚਲੇ ਗਏ ਸਨ ਪੰਜਾਬ। ਉੱਥੋਂ ਲੋਕਡਾਊਨ ਤੋਂ ਬਾਅਦ ਹੀ ਵਾਪਸ ਆ ਸਕੇ ਹਨ। ਸੋ ਭਾਈ ਸਾਹਿਬ ਜੀ ਦਾ ਬਹੁਤ ਜੀ ਆਇਆਂ ਨੂੰ ਆਪਾਂ ਕਹਿੰਦੇ ਹਾਂ। ਆਓ ਛੇਵੀਂ ਪਾਤਸ਼ਾਹ ਜੀ ਦਾ ਇਤਿਹਾਸ ਹੀ ਆਪਾਂ ਸਰਵਣ ਕਰਨਾ ਹੈ। ਬੜੇ ਪਿਆਰ ਨਾਲ ਸਰਵਣ ਕਰੀਏ, ਕਿਉਂਕਿ 6 ਤਰੀਕ ਨੂੰ ਧੰਨ ਧੰਨ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਆਗਮਨ ਪ੍ਰਕਾਸ਼ ਪੁਰਬ ਹੈ। ਇਸੇ ਸੰਬੰਧ ਵਿੱਚ ਇਹ ਵਿਚਾਰਾਂ ਚੱਲਦੀਆਂ ਰਹਿਣਗੀਆਂ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ, ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਡੀਆਂ, ਰੂਪ ਦਿਖਾਵਣ ਵਾਰੋ ਵਾਰੀ। ਡਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰਉਪਕਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। बदबख्त हम चूं बखील गाफिल, बेनज़र बेबाक। नानक बगोयत जन तुरा, तेरे चाकरां पाखाक। हाजरा हसूर जहरा सहूर सरकला भरपूर, चवर छतर तखत दे मालक, रूहानियत दे भंडार, कमाल करामात कायम करीम, रज़ा बख्श राज़िक रिहाकुन रहीम। अमा बख्श बख्शिंदे ओ दस्तगीर, खता बख्श रोज़ी देहो दिल पजीर। शहनशाही वाली श्री गुरु ग्रंथ साहब महाराज जी की पावन मुकद्दस हजूरी अंदर आप सारियां संगतां बड़ जोधा बहु परोपकारी धन सतगुरु श्री गुरु हरगोबिंद साहब महाराज जी के पावन जीवन इतिहास, सतगुरु जी का अक्स, उन्हां दी आत्म शक्ति, उन्हां दी सूरमताई गति, उन्हां दी अंदर दी दया वाली बिरती, उन्हां दी निमरता ते उन्हां दी रगां दे विच बैठा सोढ़ी पातशाह रामदास सतगुरु कहावै। वो लहू दौड़दा है प्यो दादे जिहविया पोता प्रवान। ऐसी बरकत वरतदी है ते जिस बरकत दे विच जिथे रूहानियत दे चश्मे इस घर दे विच फुटदे सन, भारी गुरु वड जोधा धन गुरु हरगोबिंद साहब महाराज जी दे इस जोत दे वारस बनन दे नाल नाल सूरमताई गति दियां तलवार थी, तलवार सी क्या जानिए क्या थी, आफत थी बला थी, खूंखार थी खूंबार थी। मीरी ते पीरी दे मालक आप सतगुरु श्री गुरु हरगोबिंद साहब महाराज जी का इतिहास बहुत बुजुर्ग विद्वान, बुजुर्ग उम्र करके नहीं, बुजुर्गी गैर बुजुर्गी बायदत कुन बंदगी, बंदगी ते विदवता करके वड्डा दिल, वड्डी मत ते नाल ही बहुत लंबे समय तो इस पावन दरबार दियां हाज़रियां भरदे सत्कारयोग भाई साहब भाई गुरबाज सिंह जी, गुलशन जी आप जी नूं पिछले लंबे समय तो ये इतिहास सरवण करा रहे हैं। सो सतगुरु जी की बड़ी बख्शिश है जिथे अज मेरे मन दे विच चाव भी है, क्योंकि 2 साल पहला जद आप संगतां दी इस दरबार तो सेवा पहली बारी सेवा करन दी दास दी झोली दे विच ये बरकत पई सी, ते वो भी पई सी 1 जून वाले दिन। 31 मई 2018 दास डॉक्टरेट की डिग्री लैके आया सी
1 ਜੂਨ 2018 ਤੋਂ 11 ਜੂਨ 2018 ਤੱਕ ਪਹਿਲੇ 10 ਦਿਨ ਆਪ ਸੰਗਤਾਂ ਦੇ ਚਰਨ ਪਰਸੇ ਸਨ। ਅੱਜ ਉਹੀ ਫਿਰ ਸਮਾਂ ਬਣਿਆ 2 ਸਾਲਾਂ ਬਾਅਦ। ਸਤਿਗੁਰੂ ਜੀ ਨੇ ਅੱਜ ਇਹ ਸੇਵਾ ਫਿਰ 2 ਸਾਲਾਂ ਬਾਅਦ ਉਸੇ ਦਿਨ ਝੋਲੀ 'ਚ ਪਾਈ ਹੈ, ਜਿੱਥੇ ਸਤਿਗੁਰੂ ਜੀ ਦਾ ਮੈਂ ਸ਼ੁਕਰਾਨਾ ਕਰਦਾ, ਆਪ ਸੰਗਤ ਦਾ ਸ਼ੁਕਰਾਨਾ ਕਰਦਾ, ਭਾਈ ਸਾਹਿਬ ਜੀ ਦਾ ਸ਼ੁਕਰਾਨਾ, ਗੁਰੂ ਕੇ ਵਜ਼ੀਰ, ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ, ਸੇਠੀ ਸਾਹਿਬ, ਸਾਰਿਆਂ ਦਾ ਮੈਂ ਮਸ਼ਕੂਰ ਹਾਂ। ਵੱਧ ਤੋਂ ਵੱਧ ਮੈਂ ਮਸ਼ਕੂਰ ਸੰਗਤ ਦਾ ਹਾਂ, ਕਿਉਂਕਿ ਸੰਗਤ ਦੇ ਮੈਂ ਜਿੰਨੇ ਵੀ ਜੋੜੇ ਝਾੜਾਂ, ਮੇਰੀ ਇੱਕ ਨਾਪਾਕ ਹਸਤੀ ਮੇਰੇ ਅੰਦਰ ਦੀ ਐਸੀ, ਸਤਿਗੁਰੂ ਜੀ ਜਿਹੜੇ ਲਫ਼ਜ਼ ਵਰਤਦੇ ਨੇ ਕਿ ਬਗੋਇਤ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ, ਤੇ ਸੱਚੀ ਮੁੱਚੀ ਸਾਡਾ ਹਾਲ ਇਹ ਹੈ, ਬਦਬਖਤ ਹਮ ਚੂੰ ਤੇ ਬਖੀਲ। ਸਤਿਗੁਰੂ ਜੀ ਬਖਸ਼ਿਸ਼ ਕਰਨ, ਆਪ ਅਸੀਸ ਬਖਸ਼ੋ। 70 ਦਿਨਾਂ ਬਾਅਦ ਅੱਜ ਇਸ ਸਟੇਜ ਦੇ ਉੱਤੇ ਬੈਠਣਾ ਸਤਿਗੁਰੂ ਜੀ ਨੇ ਮਕਬੂਲ ਕੀਤਾ ਹੈ। ਦਾਸ ਦੀ ਝੋਲੀ ਦੇ ਵਿੱਚ ਸੇਵਾ ਪਾਈ ਹੈ। ਸੋ ਮੈਂ ਸਮੁੱਚੇ ਤੌਰ 'ਤੇ ਸਾਰਿਆਂ ਦਾ ਸ਼ੁਕਰਾਨਾ ਕਰਦਾ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਤਿਹਾਸ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਬਾਣੀ ਵਿੱਚੋਂ ਜਿਵੇਂ ਜਿਵੇਂ ਆਪ ਭਾਈ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਇਤਿਹਾਸਕ ਗ੍ਰੰਥਾਂ ਦਾ ਇਤਿਹਾਸ ਸਰਵਣ ਕਰੋਗੇ, ਸੋ ਦਾਸ ਦੀ ਕੋਸ਼ਿਸ਼ ਰਹੇਗੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ਸ਼ਬਦ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਤੋਂ ਹੀ ਲੈ ਕੇ ਪਹਿਲਾ ਸ਼ਬਦ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਹੈ, ਉਹ ਹੈ ਉਦਰੈ ਮਾਏ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ। ਇੱਥੋਂ ਸ਼ੁਰੂਆਤ ਹੁੰਦੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਦੀ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਅਸੀਸ ਬਖਸ਼ੋ, ਆਪ ਸੰਗਤਾਂ ਦੀ ਸੇਵਾ ਕਰ ਸਕਾਂ। ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ ਜੀ। ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਨਮ ਜਿਹੜਾ ਹੋਇਆ, ਬੜੇ ਮੁਸੀਬਤ ਭਰੇ ਸਮਿਆਂ ਵਿੱਚ ਹੋਇਆ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਵੱਡੇ ਪੁੱਤਰ ਪ੍ਰਿਥੀ ਚੰਦ ਨੇ ਬਹੁਤ ਕੁਬੋਲ ਵੀ ਬੋਲੇ, ਤੇ ਆਖਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਹੜਾ ਉਪਦੇਸ਼ ਦਿੱਤਾ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਕਾਹੇ ਪੂਤ ਚਗਰਤ ਹਉ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਲਾਹੌਰ ਦੀ ਧਰਤੀ ਤੇ ਭੇਜਿਆ। ਵਿਆਹ ਸੀ ਸਰੀਕੇ ਰਿਸ਼ਤੇਦਾਰੀ ਦੇ ਵਿੱਚ। ਉੱਥੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪ੍ਰੇਮ ਦੇ ਵੇਦਨ ਦੇ ਵਿੱਚ, ਅੰਦਰ ਦੀ ਖਿੱਚ ਦੇ ਵਿੱਚ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਔਰ ਸਾਧ ਸੰਗਤ ਜੀ, ਜਿਹੜੀ ਖਿੱਚ ਗੁਰੂ ਦੇ ਸੀਨੇ ਦੇ ਅੰਦਰ ਸੀ, ਅੱਜ ਗੁਰੂ ਕੇ ਸਿੱਖ ਦੇ ਸੀਨੇ ਦੇ ਅੰਦਰ ਖਿੱਚ ਇਹ ਪਈ ਸੀ। ਲਾਕਡਾਊਨ ਦੇ ਵਿੱਚ ਵੀ ਗੁਰੂ ਕੇ ਸਿੱਖ ਤਰਸਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਦਰਬਾਰ ਦੇ ਦਰਸ਼ਨ ਹੋਣ। ਇਹ ਉਹ ਕੁਛ ਵਰਤਿਆ ਜਿਹੜਾ ਗੁਰੂ ਅਰਜਨ ਸਾਹਿਬ ਮਹਾਰਾਜ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨਾਂ ਦੇ ਲਈ। ਪਰ ਜਿੱਥੇ ਦਾਸ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਆਪ ਸੰਗਤਾਂ ਦੇ ਨਾਲ ਥੋੜ੍ਹਾ ਜਿਹਾ ਸਾਂਝਾ ਕਰੇਗਾ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੀਵਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਤੋਂ ਬਿਨਾਂ ਨਹੀਂ ਹੋ ਸਕਦਾ। ਕਿਉਂਕਿ ਜੇ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਆ ਚੱਲੀ ਪੀੜੀ ਸੋਢੀਆ, ਤੇ ਭਾਈ ਗੁਰਦਾਸ ਦੀ ਇਸ਼ਾਰਾ ਕਰ ਜਾਂਦੇ ਇੱਕ ਤੁਕ 'ਚ ਕਿ ਜੇ ਗੁਰੂ ਰਾਮਦਾਸ ਜੀ ਦਾ ਇਤਿਹਾਸ ਨਹੀਂ ਲਓਗੇ ਨਾਲ, ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਨੂੰ ਤੁਸੀਂ ਗਲਤ ਸਮਝ ਸਕਦੇ ਹੋ। ਔਰ ਅੱਜ ਗਲਤ ਸਮਝਿਆ ਵਿਦਵਾਨਾਂ ਨੇ। ਕਈਆਂ ਨੇ ਇਹ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜਾਂ 'ਚ ਧੜ ਵੀ ਰਲ ਗਏ, ਕੀ ਲੋੜ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਸਤਰ ਪਾਉਣ ਦੀ ਅੱਜ ਤੱਕ। ਪਰ ਉੱਥੇ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਨੇ, ਜੇ ਵੱਡ ਜੋਧਾ ਬਹੁ ਪਰਉਪਕਾਰੀ ਦੇ ਦਰਸ਼ਨ ਕਰਨੇ ਨੇ ਤੇ ਫਿਰ ਚੱਲੀ ਪੀੜੀ ਸੋਢੀਆਂ। ਕਿਉਂਕਿ ਅਗਮ ਅਗੋਚਰ ਸਤਿਗੁਰੂ, ਕਿਉਂਕਿ ਸਿੱਖਾਂ ਨੇ ਪੁੱਛਿਆ ਸੀ, ਪੁੱਛਣ ਸਿੱਖ ਅਰਦਾਸ ਕਰ 6 ਮਹਿਲਾਂ ਤੱਕ ਦਰਸ ਨਿਹਾਰੀ, ਕਿ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਤੇ ਕੌਤਕ ਵਰਤਿਆ, ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਵਾਰਿਸ ਬਣਿਓ, ਅੱਗੇ ਕੀ, ਅੱਗੇ ਕੁਛ ਵਰਤੇਗਾ।
ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ। ਗੁਰੂ ਕੇ ਸਿੱਖੋ ਨਹੀਂ, ਸੰਸਾਰ ਦੇ ਲੋਕੋ ਸੁਣੋ। ਭਾਵੇਂ ਕਿ ਸਾਡਾ ਇਸ ਗੱਦੀ ਦੇ ਵਾਰਿਸ ਬਣਨਾ ਇਸ ਧਰਤੀ ਦੇ ਉੱਤੇ ਕਰੋੜਾਂ ਵਾਟ ਦਾ ਕਰੰਟ ਹੈ, ਅੱਜ ਤੱਕ ਫਕੀਰੀ ਦੀ ਗੱਦੀ ਉੱਤੇ ਬੈਠਾ ਹੋਇਆ ਕੋਈ ਸ਼ਸਤਰ ਨਹੀਂ ਪਾਉਂਦਾ। ਤੇ ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਕ ਨਹੀਂ, ਦੋ ਤਲਵਾਰਾਂ ਵੱਜੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ਼ ਦੀ, ਇੱਕ ਰਾਖੀ ਕਰੇ ਫਕੀਰ ਦੀ। ਅੱਜ ਉਹ ਬੈਠਾ ਹੈ ਇਸ ਤਖਤ ਦੇ ਉੱਤੇ ਜਿਨੇ ਐਲਾਨੀਆਂ ਤੌਰ ਤੇ ਕਹਿਣਾ, ਐ फकीर अपनी माला को फेंक और इस माला का खंजर बना। क्योंकि इस फकीरी दे नाल हुण बादशाही इस धरती का जिहड़ा बादशाह बनया बैठा है वो उलझण नूं तैयार बैठा है। ते गुरु हरगोबिंद साहब महाराज जी की ਉਹੀ ਬਖਸ਼ਿਸ਼ है। देखो भाई गुरदास इसलिए नहीं छड्डे जा सकते। डेरा साहब लाहौर जिस कोतवाली दे विच गुरु अर्जुन साहब महाराज जी नूं शहीद किया गया ना, इतिहास ये जिक्र करता, गुरमुख प्यारे बैठे ने जानते चंगी तरह कि भाई गुरदास जी ने डेरा साहब की कंध के उत्ते ये सलोक ये वार लिख दी सी जेड़े अंतिम दर्शन गुरु अर्जुन साहब जी के भाई गुरदास ने किए। और वो जिक्र अज भी इतिहास दसदा है कि डेरा साहब की कंध उत्ते भाई गुरदास जी की लिख के आए सी, गुर अर्जन विटोहों कुरबानी। ये भाई गुरदास जी लिख के गए। क्यों? रहंदे गुर दरियाओ विच मीन कुलीन हेत निर्बानी। दुनिया के लोग कहते गुरु अर्जुन साहब तत्ती तवी ते बैठे है, तो भाई गुरदास कहते मैनू ऐ लगता गुरु अर्जुन साहब तत्ती तवी ते नहीं, मछली जिवें पानी दे अंदर सुकून आनंद मान के बैठी होंदी है, उहदा जीवन होंदा है पानी। गुरु अर्जुन साहब तत्ती तवी ते ऐ ही बैठे ने, मीन कुलीन हेत निर्बानी। दर्शन देखत पतंग ज्यों ज्योति अंदर जोत समानी। शब्द सुरत लिव मिर्ग ज्यों भीड़ पई चित अवर ना आनी। कहंदे जिस तरह एक हिरन नूं तीर भी वज जाए शिकारी दा, पर हिरन खंडे हेड़े दी धुन वल भज्जी जांदा है। गुरु अर्जुन साहब तुहाडा शरीर भावें छालियां नाल क्यों ना भर जाए, भावें शिकारियां दा, भावें इस जालम बिरती ने तुहाडे तन नूं छली छली करता है, पर गुरु पातशाह जी तुसी पार ब्रह्म परमेश्वर दे नाद वल बिल्कुल ध्यान ला के ऐ तुहाडी सुरत तुरी जाती है, जिस तरह एक मिर्ग नूं तीर लगे भी वो कंडे हेड़े दी धुन दे विच। तुहाडे अंदर दी इउं बिरती है जिस तरह एक पतंगा एक अग नूं वेख के अपना आप कुर्बान कर दिंदा है। तन तुहाडा भावें ये छिन छिन करके घटदा जा रहा है, पर तुहाडी सुरत दी बुलंदी सिखरां ते पहुंचती जा रही है। ते इथों तक सतगुरु जी गुरु अर्जुन साहब महाराज जी तत्ती तवी ते उत्ते बैठे। देखो ये गल इमैजिन करनी भी सानू बड़ी बड़ी औखी लगती है, पर भाई गुरदास जी कहते जिस तरह चरण कवल मिल भवर ज्यों, कहते जिस तरह भौरा सवेरे कमल के फुल के उत्ते आके बहिंदा है, रस चूसदा चूसदा खुशबू लैंदा लैंदा ऐ मगन हो जाता है, कमल का फुल बंद हो जाता है। भाई गुरदास जी कहते भौरे वास्ते इस तो कोमल थां केड़ी हो सकती है, कमल की पंखड़ियां दे विच बैठा होए। असी कहते हैं दुनिया के लोग कहते हैं जुल्म वरत रहा है, पर गुरु अर्जुन साहब जी तत्ती तवी ते इउं बैठे ने जिवें भवरा कमल के फुल के उत्ते बैठा है। ये अंतिम दर्शन सन भाई गुरदास जी दे नज़रां, भाई गुरदास जी दे लफ्ज़ां विचों, और ये गल पहुंची है गुरु हरगोबिंद साहब तक। पर गल ये इथों है कि तैं जनमत गुरमत ब्रह्म पछाणे। पर इस सिक्खी का बीज बोया किने? इस सिक्खी का बीज गुरु अर्जुन साहब जी दे विच बोया धन गुरु रामदास जी ने। धन गुरु अमरदास महाराज जी दे सन्मुख खड़े होके कहंदे तुमरे गुण क्या कहा मेरे सतगुरा, जब गुरु बोला है तब विषम हो जाए। हम जैसे अपराधी अवर कोई राखें, जैसे हम सतगुरु राख लिए छड़ाए। धन गुरु रामदास जी नूं
ਕੌੜੇ ਬਚਨਾਂ ਦੇ ਤੀਰ ਲਾਹੌਰੀਏ ਮਾਰ ਕੇ ਗਏ ਸੀ। ਇਹ ਸੋਚਿਆ ਸੀ ਅਸੀਂ ਇੱਥੇ ਜੇਠਾ ਹੈ ਸਾਡਾ, ਇੱਥੇ ਆਨੰਦ ਮਾਣਦਾ ਹੋਏਗਾ, ਇੱਥੇ ਸਰਦਾਰੀਆਂ ਮਾਣਦਾ ਹੋਏਗਾ, ਗੁਰੂ ਨਾਨਕ ਸਾਹਿਬ ਦੇ ਘਰ ਰੁਕਿਆ ਹੋਇਆ। ਪਰ ਸਾਨੂੰ ਕੀ ਪਤਾ ਇੱਥੇ ਰਹਿਣ ਵਾਲੇ ਕੁੜਮਾਚਾਰੀ ਦੀ ਵੀ ਪਰਵਾਹ ਕੀਤੇ ਬਿਨਾਂ ਉਹਦੇ ਚਿੱਕੜ ਭਰੇ ਲੀੜਿਆਂ ਨੂੰ ਨਹੀਂ ਵੇਖਦੇ। ਉਹਦੇ ਸਿਰ ਦੇ ਉੱਤੇ ਮਿੱਟੀ ਦਾ ਟੋਕਰਾ ਭਰਿਆ ਹੋਇਆ। ਕਹਿੰਦੇ ਜੇਠਿਆ ਤੂੰ ਇੱਥੇ ਕਿਉਂ ਆਇਆ, ਤੂੰ ਤੇ ਲਾਹੌਰ ਹੀ ਚੰਗਾ ਸੀ। ਇੱਕ ਬੋਲ ਬੋਲੇ ਲਾਹੌਰੀਆਂ ਨੇ। ਪਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਨਮੁਖ ਗੁਰੂ ਅਮਰਦਾਸ ਜੀ ਸ਼ਾਂਤ ਦੀ ਮੂਰਤ, ਸਬਰ ਦੀ ਮੂਰਤ, 12 ਸਾਲ ਗਾਗਰ ਢੋਣ ਵਾਲੇ, ਬਸ ਇੱਕੋ ਬਚਨ ਕਹੇ, ਭਾਈ ਜੇਠਾ ਜੀ, ਭਾਈ ਰਾਮਦਾਸ ਜੀ ਗੁਰੂ ਨਹੀਂ ਬਣੇ ਹਜੇ। ਕਿਸੀ ਦੇ ਕਬੂਲ ਸੁਣ ਕੇ ਜਵਾਬ ਦੇਣਾ ਬੜਾ ਸੁੱਖ ਹੈ, ਪਰ ਕਿਸੀ ਦੇ ਬੋਲ ਜਰ ਜਾਣਾ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਸੂਰਮਤਾਈ ਗਤੀ ਹੈ। ਇੱਥੋਂ ਸ਼ੁਰੂਆਤ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੀਰੀ ਤੇ ਪੀਰੀ ਪਾਉਣੀ। ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕੋ ਹੀ ਗੱਲ ਕੀਤੀ ਕਿ ਕਿਸੇ ਦੇ ਕਬੂਲ ਸੁਣ ਕੇ ਜਵਾਬ ਦੇਣਾ, ਰਿਐਕਟ ਕਰਨਾ ਹਰ ਕੋਈ ਦੇ ਸਕਦਾ, ਪਰ ਜਿਹੜਾ ਜਰ ਜਾਏ, ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ। ਧੰਨ ਗੁਰੂ ਅਰਜਨ ਸਾਹਿਬ ਜੀ। ਇਹ ਹੈ ਆਪਣੇ ਆਪ ਨੂੰ, ਜਿਹੜਾ ਛੱਤ ਤੇ ਚੜਿਆ ਹੋਏ ਉਹਨੂੰ ਡਿੱਗਣ ਦਾ ਖਤਰਾ ਹੈ, ਜਿਹੜਾ ਜ਼ਮੀਨ ਤੇ ਲੇਟਿਆ ਹੋਇਆ ਉਹਨੂੰ ਕੀ ਡਿੱਗਣ ਦਾ ਖਤਰਾ ਹੈ। ਇਹ ਸੁੱਖ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੀਵਨ ਦਰਸ਼ਨ ਤੁਸੀਂ ਕਰ ਰਹੇ ਹੋ ਇਤਿਹਾਸਕ ਗ੍ਰੰਥਾਂ ਵਿੱਚੋਂ, ਤੇ ਉੱਥੇ ਨਾਲ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਮੈਂ ਇੱਕ ਛੋਟਾ ਜਿਹਾ ਪੱਖ ਲਵਾਂ। ਗੁਰੂ ਸਾਹਿਬ ਜੀ ਨੂੰ ਘੋੜੇ ਕਈ ਵਾਰੀ ਤੋਹਫੇ ਵਜੋਂ ਆਏ ਨੇ। ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ ਨੇ, ਮੀਰੀ ਪੀਰੀ ਦੀਆਂ ਤਲਵਾਰਾਂ ਵੱਜੀਆਂ ਨੇ, ਨੱਥਾ ਤੇ ਅਬਦੁੱਲਾ ਸਿਫਤਾਂ ਗਾਉਂਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ, ਗੁਰੂ ਨਾਨਕ ਸਾਹਿਬ ਦੇ ਘਰ ਦੀ। ਗੁਰੂ ਕੇ ਭੱਟ ਵੀ ਹੈਗੇ ਨੇ, ਉਹ ਨਹੀਂ ਗਏ ਕਿੱਥੇ। ਗੁਰੂ ਕੇ ਭੱਟ ਵੀ ਹੈਗੇ ਨੇ ਉਸਤਤ ਗਾਉਣ ਵਾਲੇ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਸਾਨੂੰ ਧਨ ਨਹੀਂ ਚਾਹੀਦਾ, ਪੈਸੇ ਦਮੜੇ ਮੋਹਰਾਂ ਨਹੀਂ ਚਾਹੀਦੀਆਂ। ਤੇ ਸਿੱਖ ਕਹਿੰਦੇ ਕੀ ਚਾਹੀਦਾ? ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸਾਨੂੰ ਜਵਾਨੀ ਚਾਹੀਦੀ, ਸਾਡੇ ਕੋਲ ਜਵਾਨੀਆਂ ਅਰਪਣ ਕਰੋ, ਸਾਨੂੰ ਘੋੜੇ ਦਿਓ ਤੇ ਸ਼ਸਤਰ ਦਿਓ। ਤੇ ਇਤਿਹਾਸ ਇਹ ਲਿਖਦਾ ਕਿ ਭੀੜ ਲੱਗ ਗਈ ਸੀ। ਦਰਬਾਰ ਸਾਹਿਬ ਅਕਾਲ ਬੁੰਗਾ, ਜਿਹਨੂੰ ਅਕਾਲ ਤਖਤ ਕਹਿੰਦੇ ਆ, ਪੁਰਾਤਨ ਨਾਮ ਜਿਹੜਾ ਭਾਈ ਕਾਨ ਸਿੰਘ ਨਾਭਾ ਨੇ ਦਿੱਤਾ, ਅਕਾਲ ਬੁੰਗਾ ਦਿੱਤਾ। ਕਹਿੰਦੇ ਵਹੀਰਾਂ ਕੱਤ ਕੇ ਪੰਜਾਬ ਦੇ ਲੋਕ, ਮਾਝਾ ਮਾਲਵਾ ਦੁਆਬਾ, ਦੂਰੋਂ ਦੂਰੋਂ ਅਫਗਾਨਿਸਤਾਨ, ਉਜ਼ਬੇਕਿਸਤਾਨ, ਲਾਹੌਰ ਕੀ, ਲਹਿੰਦਾ ਪੰਜਾਬ ਕੀ, ਚੜ੍ਹਦਾ ਪੰਜਾਬ ਕੀ, ਵਹੀਰਾਂ ਕੱਤ ਕੇ ਜਵਾਨੀਆਂ ਆ ਗਈਆਂ ਕਿ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖੋ। ਭਾਵੇਂ 6 ਮਹੀਨਿਆਂ ਬਾਅਦ ਇੱਕ ਕੁਰਤਾ ਲੈ ਦਿਓ ਤੇ ਦਿਨ 2 ਵਕਤ ਦਾ ਅੰਨ ਪਾਣੀ ਦੇ ਦਿਓ, ਅਸੀਂ ਤੁਹਾਡੇ ਕੋਲ ਆ। ਇਹ ਜਵਾਨੀ ਆਈ ਗੁਰੂ ਹਰਗੋਬਿੰਦ ਸਾਹਿਬ। ਤੇ ਘੋੜੇ ਗੁਰੂ ਹਰਗੋਬਿੰਦ ਸਾਹਿਬ ਕੋਲ ਹਿੰਦੁਸਤਾਨ ਦੀ ਧਰਤੀ ਦੇ ਸਭ ਤੋਂ ਮਹਿੰਗੇ ਘੋੜੇ ਆਏ, ਸਭ ਤੋਂ ਮਹਿੰਗੇ ਘੋੜੇ। ਤੇ ਉਹਨਾਂ ਘੋੜਿਆਂ ਦੇ ਵਿੱਚੋਂ ਐਸੇ ਘੋੜੇ ਜਿਨ੍ਹਾਂ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਜਾਨ ਭਾਈ ਕਹਿੰਦੇ ਸੀ। ਅੱਜ ਤੱਕ ਗੁਰੂ ਹਰਗੋਬਿੰਦ ਸਾਹਿਬ ਨੇ ਕਿਸੇ ਘੋੜੇ ਤੇ ਚਾਬੁਕ ਨਹੀਂ ਮਾਰਿਆ। ਗੁਰੂ ਹਰਗੋਬਿੰਦ ਸਾਹਿਬ ਨੇ ਸਿੰਘਾਂ ਵਰਗਾ ਪਿਆਰ ਘੋੜਿਆਂ ਨਾਲ ਕੀਤਾ। ਤੇ 2 ਘੋੜੇ ਸਭ ਤੋਂ ਜ਼ਿਆਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੀਮਤੀ ਰਹੇ ਨੇ, ਜਿਨ੍ਹਾਂ ਦਾ ਨਾਮ ਹੈ ਰੋਹਿਲਾ ਤੇ ਸੋਹਿਲਾ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਿਹੜਾ ਵਜਨ ਸੀ ਉਹ ਸੀ 160 ਕਿਲੋ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਰੀਰ ਦੀ ਜਿਹੜੀ ਬਣਤਰ ਸੀ 7 ਫੁੱਟ ਤੋਂ ਲੰਬੇ, ਤੁਜਾ ਵੱਡੀ, ਬਾਹਾਂ ਵੱਡੀਆਂ, ਜਿਹੜਾ ਇਤਿਹਾਸ। ਤੇ ਇੱਕ ਘੋੜਾ ਪੌਣੇ ਘੰਟੇ ਤੋਂ ਵੱਧ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਜਨ ਨਹੀਂ ਜਰਦਾ ਸੀ। 2 ਘੋੜੇ, ਕਿਉਂਕਿ ਕਈ ਵਾਰੀ ਕਾਬਲ ਦੇ ਸਿੱਖ ਆ ਕੇ 5 ਘੋੜੇ ਵੀ ਦੇ ਕੇ ਗਏ ਨੇ। ਪਹਿਲਾ ਘੋੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਾਬਾ ਬਿਧੀ ਚੰਦ ਨੂੰ ਦਿੱਤਾ। 2 ਘੋੜੇ ਆਪਣੇ ਪੁੱਤਰਾਂ ਨੂੰ ਦਿੱਤੇ ਹੈ, ਤੇ ਫਿਰ 2 ਘੋੜੇ ਗੁਰੂ ਸਾਹਿਬ ਨੇ ਆਪਣੇ ਵਾਸਤੇ ਰੱਖੇ। ਉਹਨਾਂ ਦਾ ਨਾਮ ਰੋਹਿਲਾ ਤੇ ਸੋਹਿਲਾ ਰੱਖਿਆ। ਔਰ ਕੀਰਤਪੁਰ ਸਾਹਿਬ ਦੀ ਧਰਤੀ ਦੇ ਨਾਲ ਹੀ ਬਿਲਕੁਲ ਨਹਿਰਾਂ ਦੇ ਕੰਢੇ ਗੁਰੂ ਸਾਹਿਬ ਜਦ ਚੌਥੀ ਜੰਗ ਲੜ ਕੇ ਆਏ ਨੇ, ਉਥੇ ਗੁਰਦੁਆਰਾ ਸੋਹਿਲਾ ਸਾਹਿਬ ਬਣਿਆ ਹੋਇਆ, ਕਿਉਂਕਿ ਘੋੜਿਆਂ ਨੂੰ ਵੀ ਸਤਿਕਾਰ ਦਿੱਤਾ ਹੈ। ਉਥੇ ਘੋੜਾ ਸ਼ਹੀਦ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਉਸ ਘੋੜੇ ਦਾ ਸੰਸਕਾਰ ਕੀਤਾ।
ਉਸ ਘੋੜੇ ਦੇ ਸਰੀਰ ਵਿੱਚੋਂ ਕਈ ਮਣ ਸਿੱਕਾ ਢਲ ਕੇ ਨਿਕਲਿਆ। ਜਦ ਉਹਦੀ ਦੇਹ ਦਾ ਸੰਸਕਾਰ ਕੀਤਾ, ਇੰਨੀਆਂ ਗੋਲੀਆਂ ਉਸ ਘੋੜੇ ਦੇ ਸੀਨੇ ਦੇ ਅੰਦਰ ਸਨ ਜੰਗ ਦੇ ਵਿੱਚ। ਪਰ ਉਹਨੇ ਗੁਰੂ ਹਰਗੋਬਿੰਦ ਸਾਹਿਬ ਦਾ ਸਾਥ ਨਹੀਂ ਛੱਡਿਆ। ਉਸ ਵੇਲੇ ਨਾਲ ਜਿਹੜਾ ਦੂਸਰਾ ਰੋਹਿਲਾ ਸੀ, ਉਹ ਜੰਗ ਦੇ ਵਿੱਚ ਹੀ ਮਾਰਿਆ ਗਿਆ ਸੀ ਘੋੜਾ। ਗੁਰੂ ਸਾਹਿਬ ਜੀ ਨੂੰ ਅੰਤ ਵੇਲੇ ਬਚਾ ਕੇ ਜਿਹੜਾ ਘੋੜਾ ਲਿਆਇਆ, ਉਹਨੂੰ ਸਤਿਗੁਰੂ ਜੀ ਨੇ ਪੂਰੇ ਸਤਿਕਾਰ ਦੇ ਨਾਲ, ਤੇ ਉਸ ਥਾਂ ਨੂੰ ਅੱਜ ਗੁਰੂ ਕੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਸਥਾਨ, ਕਿਉਂਕਿ ਗੁਰੂ ਸਾਹਿਬ ਦੇ ਚਰਨ ਪਏ ਤੇ ਗੁਰੂ ਸਾਹਿਬ ਨੇ ਜਿੱਥੇ ਸਿੱਖਾਂ ਨਾਲ ਪਿਆਰ ਕੀਤਾ। ਦੇਖੋ, ਇੱਕ ਪੱਖ ਹੈ ਇਸ ਇਤਿਹਾਸ ਦੇ ਵਿੱਚ, ਬਾਬਾ ਬਿਧੀ ਚੰਦ ਦਾ ਜ਼ਿਕਰ ਕਰਾਂਗੇ। ਔਰ ਪੁਤਲੀ ਘਰ ਦੇ ਵਿੱਚ ਜਿਹੜਾ ਗੁਰਦੁਆਰਾ ਹੈ ਪਿਪਲੀ ਸਾਹਿਬ, ਜਿਹੜਾ ਗੁਰਦੁਆਰਾ ਪਹਿਲਾਂ, ਜਿਹੜਾ ਥਾਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਬੈਠੇ ਜਿਸ ਵੇਲੇ ਲੰਗਰ ਮਸਤਾਨੇ ਹੋਏ, ਉਹ ਅਸਥਾਨ ਤੇ ਬਾਬਾ ਬਿਧੀ ਚੰਦ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਿੱਜੀ ਫੌਜੀ ਦਸਤੇ ਦੇ ਵਿੱਚ, ਉਹਨਾਂ ਦੇ ਨਿੱਜੀ ਬਾਡੀਗਾਰਡ 22 ਘੋੜੇ, 22 ਘੋੜਿਆਂ, ਅਰਬੀ ਘੋੜਿਆਂ ਦਾ ਦਸਤਾ ਜਹਾਂਗੀਰ ਕੋਲ ਸੀ। ਇਤਿਹਾਸ ਲਿਖਦਾ 2200 ਨਿੱਜੀ ਘੋੜਿਆਂ ਦਾ, ਅਰਬੀ ਘੋੜਿਆਂ ਦਾ ਦਸਤਾ ਗੁਰੂ ਹਰਗੋਬਿੰਦ ਸਾਹਿਬ ਕੋਲ ਸੀ। ਜਹਾਂਗੀਰ ਕਿਉਂ ਨਾ ਮੱਚੇ, ਕਿਉਂ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਨਜ਼ਰਬੰਦ ਕਰੇ। 2200 ਅਰਬੀ ਘੋੜੇ, ਕਲਗੀ ਕੋਈ ਨਹੀਂ ਲਾ ਸਕਦਾ, ਗੁਰੂ ਹਰਗੋਬਿੰਦ ਸਾਹਿਬ ਕਲਗੀ ਲਾਉਂਦੇ ਆ। ਆ ਜਾ ਕੇ ਦੇਖੋ ਲਾਲ ਕਿਲਾ, ਲਾਲ ਕਿਲੇ ਜਿਹੜਾ ਦੀਵਾਨੇ ਖਾਸ ਔਰ ਦੀਵਾਨੇ ਆਮ ਦੋ ਨੇ। ਜਿਹੜਾ ਦੀਵਾਨੇ ਆਮ ਹੈ, ਅੱਜ ਵੀ ਉੱਥੇ ਤਖਤ ਪਿਆ ਹੋਇਆ, ਤਖਤ ਬਣਿਆ ਹੋਇਆ, ਉਹ 10 ਫੁੱਟ ਦਾ ਹੈ। ਉਸ ਤਖਤ ਦੀ ਸਿੱਲ ਸਿੰਘ ਪੁੱਟ ਕੇ ਲੈ ਗਏ ਸੀ ਬਾਬਾ ਬਘੇਲ ਸਿੰਘ ਹੋਰੀ, ਔਰ ਸਾਰੀ ਉਹ ਰਾਮਗੜੀਏ ਬੁੰਗੇ 'ਚ ਪਏ ਨੇ। 10 ਫੁੱਟ ਦਾ ਦਿੱਲੀ ਦਾ ਤਖਤ, ਤੇ ਗੁਰੂ ਹਰਗੋਬਿੰਦ ਸਾਹਿਬ ਨੇ 12 ਫੁੱਟ ਦਾ ਬਣਾਇਆ। ਚੈਲੰਜ ਹੈ, ਕਿੱਡੀ ਵੱਡੀ ਗੱਲ ਹੈ ਜੀ। ਕਰੋੜਾਂ ਵਾਟ ਦਾ ਕਰੰਟ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਸ ਧਰਤੀ ਉੱਤੇ ਬਹਿ ਜਾਣਾ, ਭਾਵ ਗੁਰਿਆਈ ਦੀ ਗੱਦੀ ਨੂੰ ਇਸ ਰੂਪ ਦੇ ਵਿੱਚ ਪੇਸ਼ ਕਰ ਦੇਣਾ। ਤੇ ਰਮਦਾਸ ਮਿਲਿਆ ਸੀ, ਮਹਾਰਾਸ਼ਟਰ ਦਾ ਬੜਾ ਵੱਡਾ ਫਕੀਰ, ਸ੍ਰੀਨਗਰ ਦੀ ਧਰਤੀ ਤੇ, ਉੱਤਰਾਂਚਲ ਦੀ, ਤੇ ਉੱਥੇ ਹੈਰਾਨ ਹੋ ਗਿਆ ਸੀ ਗੁਰੂ ਹਰਗੋਬਿੰਦ ਸਾਹਿਬ। ਉਹੀ ਜਾ ਕੇ ਫਿਰ ਮਰੱਠਿਆਂ ਦਾ ਗੁਰੂ ਬਣਿਆ। ਮਹਾਰਾਣਾ ਪ੍ਰਤਾਪ ਨੂੰ ਵੀ ਉਹਨੇ ਫਿਰ ਉਹ ਦਿੱਤੀ ਹੈ। ਉਹ ਹੈਰਾਨ ਹੋ ਗਿਆ ਸੀ ਕਿ ਇਹ ਫਕੀਰੀ ਦਾ ਘਰ ਹੈ ਤੇ ਇਹ ਅਮੀਰੀ ਕਿੱਥੋਂ। ਤੇ ਮਹਾਰਾਜ ਜੀ ਕਹਿੰਦੇ ਕਿ ਗੁਰੂ ਘਰ ਦੇ ਵਿੱਚ ਭਾਵੇਂ ਤੈਨੂੰ ਦੇਖਣ ਨੂੰ ਅਮੀਰੀ ਲੱਗਦੀ ਹੈ, ਪਰ ਇੱਥੇ ਬਾਤਨ ਫਕੀਰੀ ਹੈ। ਭਾਵੇਂ ਤੈਨੂੰ ਦਿਖ ਅਮੀਰੀ ਦੀ ਲੱਗਦੀ ਹੈ, ਪਰ ਜੇ ਤੂੰ ਗੁਰੂ ਦੇ ਨਾਲ ਬੈਠ ਕੇ ਸੰਵਾਦ ਕਰੇਗਾ, ਤੈਨੂੰ ਪਤਾ ਲੱਗੇਗਾ ਅੰਦਰ ਕਿੰਨੇ ਗੁਣ ਨੇ ਇੱਥੇ। ਤੇ ਫਿਰ ਇਹ ਨਾ ਸੋਚੀ ਕਿ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਤੇ ਕੋਹੀਨੂਰ ਹੀਰੇ, ਬੇਸ਼ਕੀਮਤੀਆਂ ਪੋਸ਼ਾਕਾਂ, ਅਰਬੀ ਘੋੜੇ, ਮਹਿੰਗੇ ਤੋਂ ਮਹਿੰਗੇ ਸ਼ਸਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੋਢਿਆਂ ਦੇ ਉੱਤੇ, ਮਹਿੰਗੀਆਂ ਤੋਂ ਮਹਿੰਗੀਆਂ ਸ਼ਮਸ਼ੀਰਾਂ, ਜਿਹੜੀਆਂ ਤਲਵਾਰਾਂ ਸ਼ਮਸ਼ੀਰਾਂ ਕਦੀ ਵੀ ਉਹਨਾਂ ਸੂਰਮੇ ਜਿਹੜੇ ਧਾੜਵੀ ਨੇ ਮੁਗਲ, ਉਹਨਾਂ ਦੇ ਹੱਥਾਂ 'ਚ ਨਹੀਂ ਦੇਖੀਆਂ। ਸਾਰਾ ਸਰੀਰ ਉੱਤੋਂ ਲੈ ਕੇ ਥੱਲੇ ਤੱਕ ਹਮ ਰਾਖਤ ਪਾਤਸ਼ਾਹੀ ਦਾਵਾ, ਪੈਰਾਂ ਤੱਕ, ਪੈਰਾਂ ਦੀ ਉਂਗਲਾਂ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਛੋਟਾ ਚੱਕਰ ਤੇ ਸ਼ਸਤਰ। ਹੈਰਾਨ ਹੋ ਗਿਆ, ਮੈਂ ਕਿਹਨੂੰ ਮਿਲ ਰਿਹਾ। ਤੇ ਉਹ ਕਹਿੰਦਾ ਗੁਰੂ ਨਾਨਕ ਮਾਇਆ ਨਹੀਂ ਤਿਆਗੀ ਥੀ, ਗੁਰੂ ਨਾਨਕ ਮਾਇਆ ਕਾ ਮੋਹ ਤਿਆਗਿਆ ਥਾ ਰਮਦਾਸ। ਤੇ ਰਮਦਾਸ ਕਹਿੰਦਾ ਗੁਰੂ ਬਾਬਾ ਇਹ ਬਾਤ ਹਮਕੋ ਭਾਵਤੀ ਹੈ। ਮਹਾਰਾਸ਼ਟਰ ਦਾ ਉਸ ਸਮੇਂ ਦਾ ਕੰਟੈਂਪਰੇਰੀ ਫਕੀਰ ਹੋਇਆ ਰਮਦਾਸ। ਦੁਨੀਆ ਦੇ ਲੋਕ ਸਿਰ ਝੁਕਾਉਂਦੇ ਸੀ ਉਹਨੂੰ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ ਸਿਰ ਝੁਕਾ ਕੇ ਗਏ। ਕਹਿੰਦੇ ਇਹ ਚੀਜ਼ ਨਹੀਂ ਦੇਖੀ ਨਾ ਮੈਂ ਸੁਣੀ ਹੈ ਕਿ ਇਹ ਵੀ ਹੋ ਸਕਦਾ ਹੈ। ਖੈਰ ਸੁਲਾ, ਹੁਣ ਗੁਰੂ ਹਰਗੋਬਿੰਦ, ਇਹ ਤੇ ਸਿਰਫ ਇੱਕ ਬਰਡਸ ਆਈ ਵਿਊ ਅਸੀਂ ਦੇਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਜਿੱਥੇ ਰੋਹੇਲਾ ਸੁਹੇਲਾ, ਉੱਥੇ ਨੱਥਾ ਅਬਦੁੱਲਾ, ਗੁਰੂ ਸਾਹਿਬ ਦੇ ਪ੍ਰਸਾਦੀ ਹਾਥੀ ਗੁਰੂ ਕੇ ਦਰਬਾਰ ਦੇ ਵਿੱਚ, ਇਹ ਸਾਰਾ ਕੁਝ। ਪਰ ਹੁਣ ਇਹ ਸਾਡੇ ਵਾਸਤੇ ਕੀ ਹੈ? ਅਸੀਂ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੜੇ ਦਿਨਾਂ ਤੋਂ ਸਤਿਕਾਰਯੋਗ ਗੁਰਮੁਖਾਂ ਪਾਸੋਂ ਸੁਣ ਰਹੇ ਹਾਂ। ਸਾਡੇ ਕਿਉਂਕਿ ਹੁਣ ਸ਼ਹੀਦੀ ਹਫ਼ਤਾ ਸ਼ੁਰੂ ਹੋ ਗਿਆ 1 ਤੋਂ ਲੈ ਕੇ 6 ਤੱਕ। ਹੁਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਕਸ ਦੇਖੋ, ਅੰਦਰ ਦੀ ਗੈਰਤ ਦੇਖੋ, ਅੰਦਰ ਦਾ ਸਿਦਕ ਦੇਖੋ, ਤੇ ਅੰਦਰ ਦਾ ਸਬਰ ਵੀ ਦੇਖੋ। ਫਿਰ ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੂਰਮਤਾਈ ਗਤੀ ਦੇ ਸਿਖਰ ਨੇ, ਪਰ ਸਵੇਰ ਦਾ ਨੇਮ ਬੰਦਗੀ ਦਾ ਹੈ ਦਰਬਾਰ ਸਾਹਿਬ ਦੀ ਧਰਤੀ ਤੇ ਫਿਰ ਉਹ ਸਿੱਖਾਂ ਨੂੰ ਕਹਿੰਦੇ ਆ ਅਕਾਲ ਬੁੰਗਾ ਬਣਾਉਣਾ, ਅਕਾਲ ਤਖਤ ਬਣਾਉਣਾ। ਦਿੱਲੀ ਦਾ ਤਖਤ 10 ਫੁੱਟ ਹੈ, ਅਸੀਂ 12 ਫੁੱਟ ਬਣਾਵਾਂਗੇ। ਕਹਿੰਦੇ ਕਿੱਥੇ ਬਣਾਉਣਾ ਹੈ? ਕਹਿੰਦੇ ਦਰਬਾਰ ਸਾਹਿਬ ਦੇ ਸਾਹਮਣੇ ਬਣਾਉਣਾ ਹੈ।
ਲੋਕੀ ਚੁੱਪ ਹੋ ਗਏ, ਸਿੰਘ ਚੁੱਪ ਹੋ ਗਏ, ਭਾਈ ਗੁਰਦਾਸ, ਬਾਬਾ ਬੁੱਢਾ ਜੀ ਚੁੱਪ ਹੋ ਗਏ ਕਿ ਇਸ ਧਰਤੀ ਦੇ ਉੱਤੇ ਇੱਕੋ ਇੱਕ ਥਾਂ ਹੈ, ਡਿਠੇ ਸਭੇ ਥਾਂ ਨਹੀਂ ਤੁਧ ਜੇਵਿਆ, ਬੱਦੋ ਪੁਰਖ ਵਿਧਾਤੇ ਜਾਤੂ, ਸੋਹਿਆ ਵਸਦੀ ਸਗਨ ਅਪਾਰ, ਅਨੂਪ ਰਾਮਦਾਸਪੁਰ, ਹਰਹਾ ਨਾਨਕ ਕਸਮਲ ਜਾਏ ਨਾਇਐ ਰਾਮਦਾਸ ਹੈ। ਕਹਿੰਦੇ ਉੱਥੇ ਅਕਾਲ ਬੁੰਗਾ ਬਣਾਉਣਾ ਹੈ? ਕਹਿੰਦੇ ਹਾਂ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨਹਿ ਰਾਜ ਕੋਈ ਹਾਥ ਲਗਾਇਓ, ਬੁੱਢਾ ਔਰ ਗੁਰਦਾਸ ਬਣਾਇਓ। ਕੋਈ ਰਾਜ ਮਿਸਤਰੀ ਨਹੀਂ ਆਏਗਾ, ਜਾਂ ਗੁਰੂ ਹਰਗੋਬਿੰਦ ਸਾਹਿਬ ਆਪ ਜਾਂ ਭਾਈ ਗੁਰਦਾਸ ਤੇ ਬਾਬਾ ਬੁੱਢਾ, ਤੀਜਾ ਕੋਈ ਵੀ ਨਹੀਂ, ਕੋਈ ਹੋਰ ਨਹੀਂ। ਤੇ ਤੁਸੀਂ ਦੇਖੋ ਗੂਗਲ ਮੈਪ ਤੋਂ ਦਰਬਾਰ ਸਾਹਿਬ ਦੀ ਇਮਾਰਤ ਬਿਲਕੁਲ ਸਿੱਧੀ ਹੈ, ਪਰ ਅਕਾਲ ਤਖਤ ਸਾਹਿਬ ਦੀ ਇਮਾਰਤ ਦਰਬਾਰ ਸਾਹਿਬ ਦੇ ਸਾਹਮਣੇ ਸਿੱਧੀ ਨਹੀਂ ਹੈ, ਨਾਰਥ ਈਸਟ ਵੱਲ ਮੁੜੀ ਹੋਈ ਹੈ। ਕਿਉਂ? ਕਿਉਂ? ਕਾਰਨ ਕੀ ਹੈ? ਦੇਖੋ ਇੱਕ ਇਹ ਆਰਕੀਟੈਕਚਰ ਬੜੀ ਮਿਸਟਰੀ ਹੈ ਦਰਬਾਰ ਸਾਹਿਬ ਦੀ। ਮੈਂ ਬੰਗਲਾ ਸਾਹਿਬ ਦੀ ਸਟੇਜ ਤੋਂ ਵੀ ਇੱਕ ਕਿਤਾਬ ਦਾ ਜ਼ਿਕਰ ਕੀਤਾ ਸੀ, ਡਾਕਟਰ ਰਾਵਲ ਸਿੰਘ ਮੇਰੇ ਕੁਲੀਗ ਨੇ, ਉਹਨਾਂ ਨੇ ਦਰਬਾਰ ਸਾਹਿਬ ਦੀ ਇੱਕ ਇੱਟ ਤੇ ਰਿਸਰਚ ਕੀਤੀ ਹੋਈ ਹੈ, ਬੜੀ 10 ਸਾਲ ਲਾ ਕੇ ਉਹਨਾਂ ਨੇ ਕੰਮ ਕੀਤਾ। ਅਕਸਰ ਦਾਸ ਵੀ ਰਾਤੀ ਦਰਬਾਰ ਸਾਹਿਬ ਯੂਨੀਵਰਸਿਟੀ ਤੋਂ ਤਕਰੀਬਨ ਜਾਂਦਾ ਸੀ, 5 ਹਫ਼ਤੇ ਦੇ 5 ਦਿਨ ਰਾਤੀ ਜਾਣਾ ਹੀ ਜਾਣਾ। ਤੇ ਉੱਥੇ ਮੈਂ ਅਕਸਰ ਰਾਵਲ ਸਿੰਘ ਨੂੰ ਮਿਲਣਾ, ਮੈਂ ਪੁੱਛਣਾ ਡਾਕਟਰ ਸਾਹਿਬ ਅੱਜ ਕੀ ਕਰ ਰਹੇ ਹੋ? ਕਹਿੰਦੇ ਅੱਜ ਫਰੈਸਕੋ, ਅੱਜ ਅਸੀਂ ਆਕਸੀਜਨ ਲਾ ਕੇ ਸਰੋਵਰ ਦੇ ਅੰਦਰ ਜਾਵਾਂਗੇ, ਅੱਜ ਥੰਬਲੇ ਗਿਣਨੇ ਆ, ਥੱਲੇ ਥੰਬਲੇ ਕਿੰਨੇ ਆ, ਬਾਹਰ ਦੇ ਕਿੰਨੇ ਆ, ਉੱਤੇ ਕਿੰਨੇ ਆ। ਮਤਲਬ ਉਹ ਰਿਸਰਚ ਉਹਨਾਂ ਨੇ ਕਈ ਮਿਸਟਰੀਜ਼ ਸਾਂਝੀਆਂ ਕੀਤੀਆਂ। ਇੱਕ ਤੇ ਸਰੋਵਰ ਦੀ, ਕਿ ਸਰੋਵਰ ਦੇ ਵਿੱਚ ਡੱਡੂ ਕਿਉਂ ਨਹੀਂ ਹੈ, ਬਗਲਾ ਕਿਉਂ ਨਹੀਂ ਹੈ, ਸੱਪ ਕਿਉਂ ਨਹੀਂ ਹੈ, ਆਮ ਕੀੜੇ ਕਿਉਂ ਨਹੀਂ ਪਨਪਦੇ? ਕਿਉਂਕਿ ਉਸ ਪਾਣੀ ਨੂੰ ਯੂਨੀਵਰਸਿਟੀ ਦੀ ਬਾਇਓਕੈਮਿਸਟਰੀ ਜਾਂ ਬਾਇਓਟੈਕ ਦੀ ਲੈਬ ਦੇ ਵਿੱਚ ਰਿਸਰਚ ਕੀਤਾ ਗਿਆ ਸੀ, ਦਰਬਾਰ ਸਾਹਿਬ ਦੇ ਅੰਮ੍ਰਿਤ ਸਰੋਵਰ ਦੇ ਜਲ ਨੂੰ। ਉਸ ਜਲ ਨੂੰ ਜਿਸ ਵੇਲੇ ਰਿਸਰਚ ਕੀਤਾ ਗਿਆ, ਜਲ ਦੇ ਵਿੱਚ ਹੈਗੇ 6 ਕੈਮੀਕਲ। ਇੱਕ ਹੈ ਟਿਟੇਨੀਅਮ ਡਾਈਆਕਸਾਈਡ, ਇੱਕ ਹੈ ਹਾਈ ਡੋਜ਼ ਦੇ ਵਿੱਚ ਕਲੋਰੀਨ, ਇੱਕ ਹੈ ਸਲਫੇਟ ਡਾਈਆਕਸਾਈਡ। 2 ਜਿਹੜੇ ਕੈਮੀਕਲ ਨੇ ਉਹ ਰਿਵੀਲ ਨਹੀਂ ਕੀਤੇ 6 ਵਿੱਚੋਂ, ਕਿਉਂਕਿ ਉਹ ਯੂਨੀਵਰਸਿਟੀ ਦੇ ਵਿੱਚ ਹਜੇ ਕੁਝ ਉਹਦੇ ਪੇਟੈਂਟਸ ਦੀ ਗੱਲ ਹੈ। ਇਹ 3 ਕੈਮੀਕਲਸ ਦੀ ਜਿੱਥੇ ਜ਼ਿਕਰ ਕਰਾਂ, ਭਾਵੇਂ ਕਿ ਉਹ ਰੂਹਾਨੀਅਤ ਦਾ ਘਰ ਹੈ, ਉਸ ਅੰਮ੍ਰਿਤ ਸਰੋਵਰ ਦੇ ਵਿੱਚ ਦਿਨ ਰਾਤ ਬਾਣੀ ਦੀ ਰੂਹਾਨੀਅਤ ਪੈਂਦੀ ਹੈ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਿਸ ਵੇਲੇ ਦਰਬਾਰ ਸਾਹਿਬ ਦੀ ਇਮਾਰਤ ਸ਼ੁਰੂ ਕਰਵਾਈ ਹੈ ਨਾ, ਸਾਡੇ ਮਨ 'ਚ ਆਇਆ ਹੋਏਗਾ ਕਿ ਗੁਰੂ ਸਾਹਿਬ ਨੇ ਇਹ ਇਮਾਰਤ ਸ਼ੁਰੂ ਕਿੱਥੋਂ ਕੀਤੀ ਹੋਏਗੀ, ਅਗਲੇ ਪਾਸਿਓਂ, ਪਿਛਲੇ ਪਾਸਿਓਂ, ਸੱਜੇ ਖੱਬੇ, ਕਿੱਥੋਂ ਤੇ ਬੰਦਾ ਜੇ ਘਰ ਵੀ ਸ਼ੁਰੂ ਕਰਦਾ, ਕੋਈ ਤੇ ਨੀਂਹ ਕਿੱਥੋਂ ਸ਼ੁਰੂ ਕਰਦਾ? ਸਭ ਤੋਂ ਪੁਰਾਣੀ ਜਿਹੜੀ ਫਾਊਂਡੇਸ਼ਨ ਹੈ ਦਰਬਾਰ ਸਾਹਿਬ ਦੀ, ਉਹ ਹੈ ਹਰ ਕੀ ਪੌੜੀ। ਜਿੱਥੇ ਖੜੇ ਹੋ ਕੇ ਤੁਸੀਂ ਅੰਮ੍ਰਿਤ ਦਾ ਚੁੱਲ੍ਹਾ ਭਰਦੇ ਹੋ ਨਾ, ਉਹ ਸਭ ਤੋਂ ਪਹਿਲੀ ਫਾਊਂਡੇਸ਼ਨ ਹੈ। ਸਭ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਰੋਵਰ ਦੇ ਬਿਲਕੁਲ ਥੱਲੇ ਪਹਿਲੀ ਇੱਟ ਰੱਖ ਕੇ ਉਹ ਪੌੜੀਆਂ ਬਣਾਈਆਂ ਨੇ, ਔਰ ਪੌੜੀਆਂ ਦੇ ਅੱਗੇ ਦਾ ਜਿਹੜਾ ਪਲੈਟਫਾਰਮ ਹੈ ਜਿੱਥੇ ਤੁਸੀਂ ਅੰਮ੍ਰਿਤ ਪੀਂਦੇ ਹੋ, ਉੱਥੇ ਸਾਰੀ ਸਮੱਗਰੀ ਰੱਖ ਕੇ ਦਰਬਾਰ ਸਾਹਿਬ ਦੀ ਬਿਲਡਿੰਗ ਬਣੀ ਹੈ। ਉਹ ਸਭ ਤੋਂ ਪਹਿਲਾਂ ਤੇ ਸਭ ਤੋਂ ਪੁਰਾਤਨ ਪਲੈਟਫਾਰਮ ਹੈ, ਔਰ ਅੱਜ ਵੀ ਉਸੇ ਰੂਪ ਦੇ ਵਿੱਚ ਥੱਲੜਾ ਸਾਰਾ ਪਲੈਟਫਾਰਮ ਪੁਰਾਤਨ ਹੈ। ਤੇ ਜਿਸ ਵੇਲੇ ਗੁਰੂ ਅਰਜਨ ਸਾਹਿਬ ਜੀ ਨੇ ਆ ਹਰ ਕੀ ਪੌੜੀ ਦੀਆਂ ਇੱਟਾਂ ਬਣਵਾਈਆਂ, ਜਾਂ ਦਰਬਾਰ ਸਾਹਿਬ ਦੀ ਇਮਾਰਤ ਦੀਆਂ ਇੱਟਾਂ ਬਣਵਾਈਆਂ ਨੇ, ਕਿਉਂਕਿ ਦਰਬਾਰ ਸਾਹਿਬ ਦੀ ਜਿਹੜੀ ਪਿਛਲੀ ਇਮਾਰਤ ਹੈ ਨਾ, ਪਿਛਲੀ ਇਮਾਰਤ, ਇਹ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਦੀ ਨਹੀਂ ਹੈ। ਦਰਬਾਰ ਸਾਹਿਬ ਦਾ ਓਰੀਜਨਲ ਆਰਕੀਟੈਕਚਰ ਤਰਨਤਾਰਨ ਸਾਹਿਬ ਵਾਲਾ ਹੀ ਹੈ। ਚਾਰੋਂ ਕੋਨੇ ਬਰਾਬਰ ਨੇ, 4 ਡਾਇਮੈਂਸ਼ਨਸ ਇਕੁਅਲ ਨੇ। ਪਰ ਹੁਣ ਦਰਬਾਰ ਸਾਹਿਬ ਸਾਹਮਣਿਓਂ ਇਕੁਅਲ ਲੱਗਦਾ, ਪਰ ਸਾਈਡ ਤੋਂ ਵੇਖੀਏ ਸਾਨੂੰ ਚਪਟਾ ਚੌੜਾ ਲੱਗਦਾ ਜ਼ਿਆਦਾ। ਉਹ ਕਾਰਨ ਕੀ ਹੈ? ਜਿਹੜੀ ਪਿਛਲੀਆਂ ਪੌੜੀਆਂ ਨੇ ਉਹ ਮਿਸਲਾਂ ਦੇ ਵੇਲੇ ਬਣੀਆਂ ਨੇ। ਜਦ ਦਰਬਾਰ ਸਾਹਿਬ ਢਾਇਆ ਗਿਆ ਸੀ ਮਿਸਲਾਂ ਦੇ ਵੇਲੇ, ਤੇ ਫਿਰ ਸਿੱਖਾਂ ਨੇ 2 ਪੌੜੀਆਂ ਜਿਹੜੀਆਂ ਪਿੱਛੋਂ 2 ਪੌੜੀਆਂ ਕੱਢੀਆਂ ਹੋਈਆਂ ਨੇ, ਉਹ ਨਵੀਨ ਆਰਕੀਟੈਕਚਰ ਹੈ, ਕਿਉਂਕਿ ਉਹਨਾਂ ਪੌੜੀਆਂ ਦਾ ਪੌੜ ਛੋਟਾ ਹੈ। ਤੇ ਜਿਹੜਾ ਦਰਬਾਰ ਸਾਹਿਬ ਅੱਗੇ ਪੌੜੀਆਂ ਬਣੀਆਂ ਹੋਈਆਂ ਨੇ, ਅੱਗੇ ਬਿਲਕੁਲ ਮੇਨ ਇਮਾਰਤ ਦੇ ਵਿੱਚ ਬਿਲਕੁਲ ਸਾਈਡ ਤੇ, ਉਹਦਾ ਪੌੜ ਐਡਾ ਚੌੜਾ ਹੈ। ਆਰਕੀਟੈਕਚਰ ਜਿਹੜੀ ਬਣਤਰ ਹੈ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ, ਉਸ ਪੀਰੀਅਡ ਦੇ ਵਿੱਚ ਜੇ ਅਸੀਂ ਜ਼ਿਕਰ ਕਰੀਏ 1600 ਜਾਂ 1540 ਦੇ ਵਿੱਚ ਇੱਟਾਂ
ਐਡੀਆਂ ਐਡੀਆਂ ਪੌੜ, ਭਾਵ ਇੱਕ ਜਿਹੜੀ ਪੌੜੀ ਬਣਦੀ ਸੀ ਐਡੀ ਚੌੜੀ ਬਣਦੀ ਸੀ। ਜਦ ਇਹ 18ਵੀਂ 19 ਸ਼ਤਾਬਦੀ ਦੇ ਵਿੱਚ ਜਾਂ 17ਵੀਂ ਸ਼ਤਾਬਦੀ 18ਵੀਂ ਸ਼ਤਾਬਦੀ 'ਚ ਪੌੜੀਆਂ ਦਾ ਸਾਈਜ਼ ਛੋਟਾ ਹੋ ਗਿਆ ਸੀ। ਮਿਸਲਾਂ ਦੇ ਵੇਲੇ ਜਿੰਨੀਆਂ ਵੀ ਪੌੜੀਆਂ ਬਣੀਆਂ ਨੇ, ਜਾਂ ਤੁਸੀਂ ਸੇਮ ਆਰਕੀਟੈਕਚਰ ਰਾਮਗੜੀਏ ਬੁੰਗੇ 'ਚ ਦੇਖ ਲਓ, ਰਾਮਗੜੀਏ ਬੁੰਗਾ ਜਿਹੜਾ ਬਣਿਆ ਉਹ ਬਾਅਦ 'ਚ ਬਣਿਆ, ਉਹ ਮਿਸਲਾਂ ਵੇਲੇ ਬਣਿਆ। ਉਹਦੀ ਪੌੜੀਆਂ ਦੀ ਜਿਹੜੀ ਬਣਤਰ ਹੈ ਤੇ ਦਰਬਾਰ ਸਾਹਿਬ ਦੀ ਪਿਛਲੀਆਂ ਪੌੜੀਆਂ ਦੀ ਬਣਤਰ ਹੈ ਸੇਮ ਹੈ, ਕਿਉਂਕਿ ਜਿਹੜਾ ਪਿਛਲਾ ਆਰਕੀਟੈਕਚਰ ਹੈ ਉਹ ਜਿਹੜਾ ਬਣਿਆ ਬਾਅਦ 'ਚ। ਖੈਰ ਹੁਣ ਸਮਾਂ ਬਹੁਤਾ ਨਹੀਂ ਹੈ, ਬਾਕੀਆਂ ਸਾਰੀ ਵਿਚਾਰਾਂ ਮੈਂ ਸਿਰਫ ਇਹ ਗੱਲ ਕੀਤੀ ਹੈ ਕਿ ਜਦ ਗੁਰੂ ਅਰਜਨ ਸਾਹਿਬ ਜੀ ਨੇ ਦਰਬਾਰ ਸਾਹਿਬ ਦੀਆਂ ਇਮਾਰਤਾਂ ਵਾਸਤੇ ਇੱਟਾਂ ਬਣਾਈਆਂ ਨੇ, ਇਹ ਜ਼ਿਕਰ ਦਾਸ ਨੇ ਪਹਿਲਾਂ ਵੀ ਕੀਤਾ, ਤਾਂ ਸਰੋਵਰ ਸਾਰਾ ਖਾਲੀ ਕਰਕੇ ਸਰੋਵਰ ਦੇ ਵਿੱਚ ਹੀ ਗੁਰੂ ਸਾਹਿਬ ਨੇ 4 ਭੱਠੇ ਲਾਏ ਨੇ ਇੱਟਾਂ ਦੇ ਚਾਰੋਂ ਕੋਨਿਆਂ 'ਚ, ਔਰ ਉਹਨਾਂ ਇੱਟਾਂ ਦੇ ਭੱਠਿਆਂ ਦੇ ਵਿੱਚ ਗੁਰੂ ਸਾਹਿਬ ਨੇ ਅੱਕ ਦੀ, ਨਿੰਮ ਦੀ, ਅਖਰੋਟ ਦੀ, ਚੰਦਨ ਦੀ, ਟਾਹਲੀ ਦੀ, ਔਰ ਬੜੀਆਂ ਬੇਸ਼ਕੀਮਤੀਆਂ, ਜਿੰਨੀਆਂ ਬੇਸ਼ਕੀਮਤੀਆਂ ਲੱਕੜਾਂ ਹੋ ਸਕਦੀਆਂ ਨੇ ਉਹਨਾਂ ਨੂੰ ਸਾੜ ਕੇ ਇੱਟਾਂ ਬਣਾਈਆਂ ਨੇ। ਦਰਬਾਰ ਸਾਹਿਬ ਦੀ ਇੱਕ ਵੀ ਇੱਟ, ਦਰਬਾਰ ਸਾਹਿਬ ਦੀ ਬਾਹਰ ਦੇ ਸ਼ਹਿਰ ਦੇ ਵਿੱਚ ਜਿੰਨੇ ਇੱਟਾਂ ਦੇ ਭੱਠੇ ਸਨ ਉਤੋਂ ਨਹੀਂ ਆਈ। ਜਿਨ੍ਹਾਂ ਇੱਟਾਂ ਦੇ ਭੱਠਿਆਂ ਦੇ ਵਿੱਚ ਇਹ ਜ਼ਿਕਰ ਭਾਵੇਂ ਇਤਿਹਾਸ ਦੇ ਵਿੱਚ ਵੱਖਰਾ ਵੱਖਰਾ ਹੈ, ਪਰ ਜਿਹੜੀ ਰਿਸਰਚ ਹੁਣ ਕਹਿੰਦੀ ਹੈ ਨਵੀਨ ਰਿਸਰਚ, ਕਿਉਂਕਿ ਬਾਹਰ ਦੇ ਇੱਟਾਂ ਦੇ ਭੱਠਿਆਂ ਦੇ ਵਿੱਚ ਮਲ ਮੂਤਰ ਵੀ ਪੈਂਦਾ ਸੀ, ਉਹ ਇੱਟਾਂ ਹੋ ਸਕਦੀਆਂ ਨੇ ਬਾਹਰ ਦੀਆਂ ਇਮਾਰਤਾਂ ਵਾਸਤੇ, ਪਰ ਹਰਮੰਦਰ ਸਾਹਿਬ ਦੀ ਉਸਾਰੀ ਲਈ ਇੱਕ ਵੀ ਇੱਟ ਮਲ ਮੂਤਰ ਤੋਂ ਨਹੀਂ ਬਣੀ ਹੋ ਸਕਦੀ। ਬੇਸ਼ਕੀਮਤੀ ਲੱਕੜਾਂ ਉੱਥੇ ਸਾੜੀਆਂ, ਜਿਸ ਲੱਕੜਾਂ ਦਾ ਅਕਸ, ਤੱਤ, ਐਸੈਂਸ ਅੱਜ ਵੀ ਦਰਬਾਰ ਸਾਹਿਬ ਦੀ ਥੱਲੀ ਮਿੱਟੀ ਦੇ ਵਿੱਚ ਮੌਜੂਦ ਹੈ। ਔਰ ਉਹਨਾਂ ਲੱਕੜਾਂ ਦੀ ਤਸੀਰ ਕਰਕੇ, ਰਾਖ ਕਰਕੇ ਅੱਜ ਉਸ ਥੱਲੀ ਮਿੱਟੀ ਨੂੰ ਤੁਸੀਂ ਜੇ ਲੈਬ 'ਚ ਲੈ ਕੇ ਜਾਓ, ਉਸ ਮਿੱਟੀ ਦਾ ਹਾਈ ਜਿਹੜਾ ਕੰਟੈਂਟ ਟਾਈਟੇਨੀਅਮ ਡਾਈਆਕਸਾਈਡ ਇਸ ਕਰਕੇ ਹੈ ਕਿਉਂਕਿ ਚੰਦਨ ਤੇ ਅਖਰੋਟ ਦੀ ਲੱਕੜ ਉੱਥੇ ਸੜੀਆਂ ਹੋਈਆਂ ਨੇ, ਉਹਦੇ ਵਿੱਚ ਅਕਸ ਪਿਆ ਹੋਇਆ। ਅੱਜ ਉੱਥੇ ਕਲੋਰੀਨ ਦੀ ਹਾਈ ਮਾਤਰਾ, ਉਹ ਗੁਰੂ ਅਰਜਨ ਸਾਹਿਬ ਜੀ ਦੀ ਦਿਲੰਬੀ ਨਦਰ ਨਿਹਾਲ। ਭਾਵੇਂ ਰੂਹਾਨੀਅਤ ਨਾਲ ਅਸੀਂ ਤੋਲ ਨਹੀਂ ਸਕਦੇ, ਕੋਈ ਰੂਹਾਨੀਅਤ ਦਾ ਇੱਥੇ ਦੂਸਰੇ ਪਾਸੇ ਨਾ ਲੈ ਜਿਓ, ਸਿਰਫ ਉਦਾਹਰਣ ਕਿ ਗੁਰੂ ਅਰਜਨ ਸਾਹਿਬ ਜੀ ਦੀ ਸਾਇੰਟੀਫਿਕ ਸੋਚ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਾਇੰਟੀਫਿਕ ਸੋਚ ਕਿ ਅਕਾਲ ਤਖਤ ਸਾਹਿਬ ਦੀ ਇਮਾਰਤ ਤਿਰਛੀ ਬਣਨ ਨੂੰ ਸਿੱਧੀ ਬਣ ਸਕਦੀ ਸੀ। ਤਿਰਛੀ ਕਿਉਂ? ਕਹਿੰਦੇ ਦੁਨੀਆ ਦੇ ਬਾਦਸ਼ਾਹ ਦੇ ਸਾਹਮਣੇ ਖੜਾ ਹੁੰਦਾ ਬੰਦਾ ਝੁਕ ਕੇ, ਇਹ ਤੇ ਰੂਹਾਨੀਅਤ ਦਾ ਬਾਦਸ਼ਾਹ, ਇਹ ਤੇ ਦੀਨ ਦੁਨੀਆ ਦਾ ਬਾਦਸ਼ਾਹ। ਇੱਥੇ ਕੋਈ ਇਨਸਾਨ ਕੀ ਕੋਈ ਵੀ ਇਮਾਰਤ ਸਿੱਧੀ ਨਹੀਂ ਖੜੀ ਹੋ ਸਕਦੀ। ਜੇ ਇਮਾਰਤ ਅਕਾਲ ਤਖਤ ਵੀ ਖੜਾ ਹੋਏਗਾ ਤੇ ਉਹ ਵੀ ਤਿਰਛਾ ਖੜਾ ਹੋਏਗਾ, ਝੁਕ ਕੇ ਹੀ ਖੜਾ ਹੋਏਗਾ, ਉਹ ਵੀ ਸਤਿਕਾਰ ਦੇ ਵਿੱਚ ਖੜਾ ਹੋਏਗਾ। ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਇਸ ਪਿਆਰ ਦੇ ਵਿੱਚ ਤਿਰਛਾ ਬਣਾਇਆ ਕਿ ਰੂਹਾਨੀਅਤ ਤੋਂ ਵੱਡਾ ਕੁਛ ਨਹੀਂ ਹੈ। ਇਹ ਚੀਜ਼ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦੀ ਹੈ ਨਾ, ਕਿ ਰੂਹਾਨੀਅਤ, ਗੁਰੂ ਗ੍ਰੰਥ, ਗੁਰੂ ਪੰਥ, ਗੁਰੂ ਦਾ ਥਾਂ। ਅੱਜ ਭਾਵੇਂ 100 ਨਿੰਦਕ ਖੜੇ ਹੋ ਜਾਣ ਨਾ ਦਰਬਾਰ ਸਾਹਿਬ ਨੂੰ ਨਿੰਦਣ ਲਈ, ਗੁਰੂ ਕੇ ਸਿੱਖੋ ਕੰਨਾਂ ਦੇ ਕੱਚੇ ਨਾ ਬਣਿਓ, ਦਰਬਾਰ ਸਾਹਿਬ ਦੀ ਨਿੰਦਾ ਸੁਣ ਕੇ ਨਿੰਦੜ ਨਾ ਲੱਗ ਜਿਓ। ਬਸ ਗੁਰੂ ਪਾਤਸ਼ਾਹ ਦਾ ਬਚਨ ਇਹ ਦਿਨ ਰਾਤੀ ਚੇਤੇ ਕਰਿਓ, ਡਿੱਠੇ ਸਭੇ ਥਾਂ ਨਹੀਂ। ਕਰੋੜਾਂ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਦਰਬਾਰ ਸਾਹਿਬ ਦੇ ਪਿੱਛੇ, ਕੰਨਾਂ ਦੇ ਕੱਚੇ ਨਾ ਹੋਈਏ। ਇਹ ਪਿਆਰ ਗੁਰੂ ਹਰਗੋਬਿੰਦ ਸਾਹਿਬ ਦਾ ਲਈਏ, ਜਿਹੜਾ ਪਿਆਰ ਗੁਰੂ ਇਮਾਰਤ ਬਣਾਈ ਪਰ ਉਹ ਤਿਰਛੀ ਬਣਾਤੀ ਕਿਉਂਕਿ ਦਰਬਾਰ ਸਾਹਿਬ ਹੈ। ਖੈਰ ਸਮਾਂ ਸਮਾਪਤ ਹੈ। ਆਪ ਸਾਰਿਆਂ ਦਾ ਮੈਂ ਸ਼ੁਕਰਗੁਜ਼ਾਰ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਗੁਜ਼ਾਰ ਹਾਂ, ਗੁਰਮੁਖ ਪਿਆਰਿਆਂ ਦਾ, ਪ੍ਰਬੰਧਕ ਕਮੇਟੀਆਂ ਦਾ। ਆਪ ਸਾਰੇ ਹੀ ਪਿਆਰ ਦੇ ਵਿੱਚ ਜੁੜੋ। ਸਤਿਗੁਰ ਜੀ ਬਖਸ਼ਿਸ਼ ਕਰਨ। ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਅੰਨ ਪਾਣੀ ਮੁਝ ਉਪਾਏ, ਦੁੱਖ ਦਾਲਦ ਭੰਨ ਧਰ, ਅਰਦਾਸ ਸੁਣੀ ਦਾਤਾਰ ਹੋਈ, ਸ੍ਰਿਸ਼ਟ ਠਰ, ਲੇਵੋ ਕੰਠ ਲਗਾਏ, ਅਪਦਾ ਸਭ ਹਰ, ਨਾਨਕ ਨਾਮ ਧਿਆਏ, ਪ੍ਰਭ ਕਾ ਸਫਲ ਕਰ। ਸਤਿਗੁਰ ਜੀ ਸਮੂਹ ਧਰਤੀ ਨੂੰ ਇਸ ਰੋਗ ਤੋਂ ਬਚਾਉਣ। ਬਾਕੀ ਵਿਚਾਰਾਂ ਹੁਣ ਆਉਣ ਵਾਲੇ ਸਮੇਂ 'ਚ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।